ਅੱਗੇ ਅਸੀਂ ਪੜ੍ਹਾਂਗੇ ਕਿ ਉਸ ਸਮੇਂ ਸਮਾਜ ਦੀ ਸਮਾਜਿਕ ਅਤੇ ਧਾਰਮਿਕ ਹਾਲਤ ਕਿਹੋ ਜਿਹੀ ਸੀ, ਜਿਸ ਕਰਕੇ ਜੈਨ ਮਤ ਅਤੇ ਬੁੱਧ ਮਤ ਦਾ ਜਨਮ ਹੋਇਆ। ਮਤਲਬ ਕਿ ਇਹਨਾਂ ਕਾਰਨਾਂ ਕਰਕੇ ਜੈਨ ਧਰਮ ਅਤੇ ਬੁੱਧ ਧਰਮ ਦੀ ਉਤਪਤੀ ਹੋਈ। ਦੇਖੋ, ਪਹਿਲਾ ਕਾਰਨ ਹੈ ਹਿੰਦੂ ਧਰਮ ਵਿੱਚ ਜਟਿਲਤਾ। ਦੇਖੋ, ਰਿਗ ਵੈਦਿਕ ਕਾਲ ਵਿੱਚ ਜਿਹੜਾ ਹਿੰਦੂ ਧਰਮ ਬਿਲਕੁਲ ਸਾਦਾ ਸੀ, ਪਰ ਸਮੇਂ ਦੇ ਨਾਲ ਨਾਲ ਇਹ ਧਰਮ ਵਧੇਰੇ ਜਟਿਲ ਹੁੰਦਾ ਗਿਆ। ਮਤਲਬ ਕਿ ਪਹਿਲਾਂ ਹਿੰਦੂ ਧਰਮ ਵਿੱਚ ਧਰਮ ਬਿਲਕੁਲ ਸਾਦਾ ਹੁੰਦਾ ਸੀ। ਇਸ ਵਿੱਚ ਅੰਧ ਵਿਸ਼ਵਾਸਾਂ ਅਤੇ ਕਰਮ ਕਾਂਡਾਂ ਦਾ ਬੋਲਬਾਲਾ ਹੋ ਗਿਆ। ਮਤਲਬ ਕਿ ਇਸ ਵਿੱਚ ਕਾਫੀ ਅੰਧ ਵਿਸ਼ਵਾਸ, ਕਰਮ ਕਾਂਡ ਵਗੈਰਾ ਸ਼ਾਮਿਲ ਹੋ ਗਏ। ਧਰਮ ਕੇਵਲ ਇੱਕ ਬਾਹਰੀ ਦਿਖਾਵਾ ਬਣ ਕੇ ਰਹਿ ਗਿਆ ਸੀ। ਇਹਨਾਂ ਕਾਰਨਾਂ ਕਰਕੇ ਮਤਲਬ ਕਿ ਹਿੰਦੂ ਧਰਮ ਕਾਫੀ ਜਟਿਲ ਹੋ ਗਿਆ ਸੀ ਅਤੇ ਲੋਕੀ ਅਜਿਹੇ ਧਰਮ ਤੋਂ ਤੰਗ ਆ ਚੁੱਕੇ ਸਨ। ਉਹ ਇੱਕ ਅਜਿਹੇ ਧਰਮ ਦੀ ਖੋਜ ਕਰਨ ਲੱਗੇ ਜਿਹੜਾ ਕਿ ਇਹਨਾਂ ਅੰਧ ਵਿਸ਼ਵਾਸਾਂ ਤੋਂ ਰਹਿਤ ਹੋਵੇ ਅਤੇ ਉਹਨਾਂ ਨੂੰ ਸਾਦਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦੇਵੇ। ਇਸ ਲਈ ਲੋਕ ਕੋਈ ਨਵਾਂ ਧਰਮ ਚਾਹੁੰਦੇ ਸੀ ਜਿਸ ਵਿੱਚ ਹਿੰਦੂ ਧਰਮ ਦੀ ਤਰ੍ਹਾਂ ਜਟਿਲਤਾ ਨਾ ਹੋਵੇ। ਅੱਗੇ ਦੇਖੋ, ਨੈਕਸਟ ਕਾਰਨ ਹੈ ਖਰਚੀਲਾ ਧਰਮ। ਮਤਲਬ ਕਿ ਜਿਹੜਾ ਹਿੰਦੂ ਧਰਮ ਸੀ ਉਸ ਟਾਈਮ ਕਾਫੀ ਖਰਚੀਲਾ ਬਣ ਚੁੱਕਾ ਸੀ। ਇਸ ਕਰਕੇ ਵੀ ਲੋਕ ਇਸ ਧਰਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਦੇਖੋ, ਸ਼ੁਰੂ ਵਿੱਚ ਜਿਹੜਾ ਹਿੰਦੂ ਧਰਮ ਸੀ ਆਪਣੀ ਸਾਦਗੀ ਕਾਰਨ ਵਿੱਚ ਲੋਕਾਂ ਵਿੱਚ ਕਾਫੀ ਹਰਮਨ ਪਿਆਰਾ ਸੀ। ਉੱਤਰ ਵੈਦਿਕ ਕਾਲ ਤੋਂ ਬਾਅਦ ਇਸ ਦੀ ਸਥਿਤੀ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਸੀ। ਇਸ ਦਾ ਕਾਰਨ ਇਹ ਸੀ ਕਿ ਹੁਣ ਹਿੰਦੂ ਧਰਮ ਵਿੱਚ ਯੱਗਾਂ ਅਤੇ ਬਲੀਆਂ 'ਤੇ ਵਧੇਰੇ ਜ਼ੋਰ ਦਿੱਤਾ ਜਾਣ ਲੱਗ ਪਿਆ ਸੀ। ਮਤਲਬ ਉਸ ਟਾਈਮ ਕਾਫੀ ਯੱਗ ਅਤੇ ਬਲੀਆਂ ਦਿੱਤੀਆਂ ਜਾਣ ਲੱਗ ਪਈਆਂ ਸੀ। ਇਹ ਯੱਗ ਕਈ ਸਾਲਾਂ ਤੱਕ ਚੱਲਦੇ ਰਹਿੰਦੇ ਸਨ। ਇਹਨਾਂ ਯੱਗਾਂ 'ਤੇ ਭਾਰੀ ਖਰਚਾ ਵੀ ਆਉਂਦਾ ਸੀ। ਕਹਿਣ ਦਾ ਭਾਵ ਕਿ ਉਸ ਟਾਈਮ ਜਿਹੜਾ ਇਹ ਧਰਮ ਸੀ ਉੱਤਰ ਵੈਦਿਕ ਕਾਲ ਤੱਕ ਕਾਫੀ ਖਰਚੀਲਾ ਹੋ ਗਿਆ ਸੀ। ਇਸ ਕਰਕੇ ਇਹ ਖਰਚੇ ਲੋਕਾਂ ਦੀ ਪਹੁੰਚ ਤੋਂ ਬਾਹਰ ਸਨ। ਇਸ ਦਾ परिणाम ਕੀ ਹੋਇਆ ਕਿ ਉਹ ਇਸ ਧਰਮ ਦੇ ਵਿਰੁੱਧ ਹੋ ਗਏ ਅਤੇ ਉਹ ਇਸ ਧਰਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ, ਜਿਸ ਦੇ ਫਲਸਰੂਪ ਜੈਨ ਮਤ ਅਤੇ ਬੁੱਧ ਮਤ ਦੀ ਉਤਪਤੀ ਹੋਈ। ਅੱਗੇ ਦੇਖੋ, ਕਾਰਨ ਹੈ ਇਸ ਦਾ ਬ੍ਰਾਹਮਣਾਂ ਦਾ ਨੈਤਿਕ ਪਤਨ। ਦੇਖੋ, ਵੈਦਿਕ ਕਾਲ ਵਿੱਚ ਬ੍ਰਾਹਮਣਾਂ ਦਾ ਜੀਵਨ ਬੜਾ ਪਵਿੱਤਰ ਅਤੇ ਆਦਰਸ਼ਪੂਰਨ ਸੀ। ਮਤਲਬ ਦੇਖੋ, ਜਦੋਂ ਵੈਦਿਕ ਕਾਲ ਸੀ ਉਦੋਂ ਜਿਹੜਾ ਬ੍ਰਾਹਮਣਾਂ ਦਾ ਜੀਵਨ ਸੀ ਬੜਾ ਪਵਿੱਤਰ ਹੁੰਦਾ ਸੀ। ਸਮੇਂ ਦੇ ਨਾਲ ਨਾਲ ਉਹਨਾਂ ਵਿੱਚ ਨੈਤਿਕ ਗਿਰਾਵਟ ਆਉਣੀ ਸ਼ੁਰੂ ਹੋ ਗਈ, ਭਾਵ ਕਿ ਉਹਨਾਂ ਦਾ ਨੈਤਿਕ ਪਤਨ ਹੋਣਾ ਸ਼ੁਰੂ ਹੋ ਗਿਆ। ਉਹ ਬੜੇ ਭ੍ਰਿਸ਼ਟਾਚਾਰੀ, ਲਾਲਚੀ ਅਤੇ ਦਗਾਬਾਜ਼ ਹੋ ਗਏ। ਉਹਨਾਂ ਦੇ ਜੀਵਨ ਦਾ ਮੁੱਖ ਉਦੇਸ਼ ਕਿਸੇ ਨਾ ਕਿਸੇ ਬਹਾਨੇ ਲੋਕਾਂ ਨੂੰ ਲੁੱਟਣਾ ਸੀ। ਇਸ ਤੋਂ ਇਲਾਵਾ ਹੁਣ ਉਹਨਾਂ ਨੇ ਭੋਗ ਵਿਲਾਸੀ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਸੀ। ਮਤਲਬ ਕਿ ਜਿਹੜੇ ਬ੍ਰਾਹਮਣ ਸੀ ਉਹਨਾਂ ਨੇ ਭੋਗ ਵਿਲਾਸੀ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਕਾਰਨਾਂ ਕਰਕੇ ਲੋਕ ਸਮਾਜ ਵਿੱਚ ਬ੍ਰਾਹਮਣਾਂ ਦੇ ਪ੍ਰਭਾਵ ਤੋਂ ਮੁਕਤ ਹੋਣਾ ਚਾਹੁੰਦੇ ਸੀ। ਮਤਲਬ ਕਿ ਬ੍ਰਾਹਮਣਾਂ ਦੇ ਪ੍ਰਭਾਵ ਤੋਂ ਉਹ ਮੁਕਤ ਹੋਣਾ ਚਾਹੁੰਦੇ ਸੀ। ਇਹ ਕਾਰਨ ਵੀ ਬੁੱਧ ਮਤ ਅਤੇ ਜੈਨ ਮਤ ਦੇ ਜਨਮ ਦਾ ਕਾਰਨ ਬਣਿਆ। ਅੱਗੇ ਦੇਖੋ, ਨੈਕਸਟ ਕਾਰਨ ਹੈ ਜਾਤੀ ਪ੍ਰਥਾ। ਦੇਖੋ, 6ਵੀਂ ਸਦੀ ਈਸਵੀ ਪੂਰਵ ਤੱਕ ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਬੜਾ ਕਠੋਰ ਰੂਪ ਧਾਰਨ ਕਰ ਗਈ ਸੀ। ਮਤਲਬ ਕਿ 6ਵੀਂ ਈਸਵੀ ਪੂਰਵ ਤੱਕ ਜਿਹੜਾ ਜਾਤੀ ਪ੍ਰਥਾ ਸੀ ਉਹ ਬੜੀ ਕਠੋਰ ਰੂਪ ਧਾਰਨ ਕਰ ਚੁੱਕੀ ਸੀ। ਉੱਚ ਜਾਤੀਆਂ ਦੇ ਲੋਕ ਸ਼ੂਦਰਾਂ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ ਕਰਦੇ ਸਨ। ਦੇਖੋ, ਉਸ ਟਾਈਮ ਜਿਹੜੇ ਸ਼ੂਦਰ ਸੀ ਉਹਨਾਂ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਜਾਂਦਾ ਸੀ। ਉਹਨਾਂ ਦੇ ਪਰਛਾਵੇਂ ਤੋਂ ਵੀ ਉਹ ਆਪਣੇ ਆਪ ਨੂੰ ਬਚਾਉਂਦੇ ਸਨ। ਮਤਲਬ ਕਿ ਉਹਨਾਂ ਦਾ ਪਰਛਾਵਾਂ ਵੀ ਪੈ ਜਾਣ 'ਤੇ ਉੱਚ ਜਾਤੀ ਦੇ ਲੋਕ ਆਪਣੇ ਆਪ ਨੂੰ ਆਪਵਿੱਤਰ ਸਮਝਣ ਲੱਗ ਪਏ ਸੀ। ਸ਼ੂਦਰਾਂ ਨੂੰ ਮੰਦਰ ਵਿੱਚ ਜਾਣ, ਵੈਦਿਕ ਸਾਹਿਤ ਪੜ੍ਹਨ, ਯੱਗ ਕਰਨ, ਖੂਹਾਂ ਤੋਂ ਪਾਣੀ ਭਰਨ ਆਦਿ ਦੀ ਆਗਿਆ ਨਹੀਂ ਹੁੰਦੀ ਸੀ। ਬਲਕਿ ਉਹਨਾਂ ਨੂੰ ਕਈ ਜਗ੍ਹਾ 'ਤੇ ਜਾਣ ਦੀ ਆਗਿਆ ਵੀ ਨਹੀਂ ਹੁੰਦੀ ਸੀ। ਅਜਿਹੀ ਹਾਲਤ ਤੋਂ ਸ਼ੂਦਰ ਬਹੁਤ ਤੰਗ ਆ ਚੁੱਕੇ ਸਨ। ਉਹ ਕੋਈ ਅਜਿਹਾ ਧਰਮ ਚਾਹੁੰਦੇ ਸਨ ਜਿਸ ਵਿੱਚ ਉਹਨਾਂ ਨੂੰ ਸਮਾਨਤਾ ਮਿਲੇ, ਉਹਨਾਂ ਨੂੰ ਆਦਰ ਮਿਲੇ ਅਤੇ ਉਹਨਾਂ ਦੀ ਸਥਿਤੀ ਵੀ ਚੰਗੀ ਹੋਵੇ। ਇਸ ਤਰ੍ਹਾਂ ਜਾਤੀ ਪ੍ਰਥਾ ਵੀ ਬੁੱਧ ਧਰਮ ਅਤੇ ਜੈਨ ਧਰਮ ਦੀ ਉਤਪਤੀ ਦਾ ਇੱਕ ਕਾਰਨ ਬਣੀ। ਅੱਗੇ ਦੇਖੋ, ਨੈਕਸਟ ਪੁਆਇੰਟ ਹੈ ਔਖੀ ਭਾਸ਼ਾ। ਦੇਖੋ, ਔਖੀ ਭਾਸ਼ਾ। ਦੇਖੋ, ਸੰਸਕ੍ਰਿਤ ਭਾਸ਼ਾ ਕਾਰਨ ਵੀ ਇਸ ਯੁੱਗ ਵਿੱਚ ਲੋਕਾਂ ਵਿੱਚ ਬੜੀ ਬੇਚੈਨੀ ਵੱਧ ਗਈ ਸੀ। ਮਤਲਬ ਕਿ ਦੇਖੋ, ਸੰਸਕ੍ਰਿਤ ਭਾਸ਼ਾ ਸੀ ਉਹ ਬੜੀ ਔਖੀ ਸੀ। ਮਤਲਬ ਕਿ ਉਹਨਾਂ ਨੂੰ ਆਮ ਲੋਕ ਨਹੀਂ ਪੜ੍ਹ ਸਕਦੇ ਸਨ। ਇਸ ਭਾਸ਼ਾ ਨੂੰ ਪਵਿੱਤਰ ਸਮਝਿਆ ਜਾਂਦਾ ਸੀ, ਪਰ ਬੜੀ ਔਖੀ ਹੋਣ ਕਾਰਨ ਇਹ ਸਧਾਰਨ ਲੋਕਾਂ ਦੀ ਸਮਝ ਤੋਂ ਬਾਹਰ ਸੀ। ਉਸ ਸਮੇਂ ਰਚੇ ਗਏ ਧਾਰਮਿਕ ਗ੍ਰੰਥ ਜਿਵੇਂ ਕਿ ਵੇਦ, ਉਪਨਿਸ਼ਦ, ਬ੍ਰਾਹਮਣ ਗ੍ਰੰਥ, ਰਮਾਇਣ, ਮਹਾਂਭਾਰਤ
ਆਦਿ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗਏ ਸਨ। ਇਹ ਜਿੰਨੇ ਵੀ ਗ੍ਰੰਥ ਸਨ ਇਹ ਸਾਰੇ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗਏ ਸਨ। ਆਮ ਲੋਕ ਇਹਨਾਂ ਧਰਮ ਸ਼ਾਸਤਰਾਂ ਨੂੰ ਪੜ੍ਹਨ ਵਿੱਚ ਅਸਮਰਥ ਸਨ, ਮਤਲਬ ਕਿ ਆਮ ਲੋਕ ਸੀ ਕਿਉਂਕਿ ਉਹ ਸੰਸਕ੍ਰਿਤ ਭਾਸ਼ਾ ਬੜੀ ਔਖੀ ਹੁੰਦੀ ਸੀ, ਇਹਨਾਂ ਨੂੰ ਪੜ੍ਹ ਨਹੀਂ ਸਕਦੇ ਸਨ। ਬ੍ਰਾਹਮਣਾਂ ਨੇ ਇਸ ਸਥਿਤੀ ਦਾ ਲਾਭ ਉਠਾ ਕੇ ਧਰਮ ਸ਼ਾਸਤਰਾਂ ਦੀ ਆਪਣੀ ਮਨ ਮਰਜ਼ੀ ਅਨੁਸਾਰ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਮਤਲਬ ਕਿ ਬ੍ਰਾਹਮਣਾਂ ਨੇ ਧਰਮ ਸ਼ਾਸਤਰਾਂ ਦੀ ਆਪਣੀ ਮਰਜ਼ੀ ਅਨੁਸਾਰ ਹੀ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਸੀ। ਦੇਖੋ, ਸਥਿਰ ਧਰਮ ਦਾ ਅਸਲੀ ਗਿਆਨ ਪ੍ਰਾਪਤ ਕਰਨ ਲਈ ਲੋਕ ਇੱਕ ਅਜਿਹੇ ਧਰਮ ਦੀ ਇੱਛਾ ਕਰਨ ਲੱਗੇ ਜਿਸ ਦੇ ਸਿਧਾਂਤ ਲੋਕਾਂ ਦੀ ਆਮ ਭਾਸ਼ਾ ਵਿੱਚ ਹੋਣ, ਭਾਵ ਕਿ ਜਿਸ ਨੂੰ ਆਮ ਲੋਕ ਵੀ ਆਸਾਨੀ ਨਾਲ ਸਮਝ ਸਕੇ ਅਤੇ ਉਹਨਾਂ ਨੂੰ ਬ੍ਰਾਹਮਣਾਂ ਆਦਿ ਦੀ ਲੋੜ ਨਾ ਪਵੇ। ਇਸ ਕਰਕੇ ਔਖੀ ਭਾਸ਼ਾ ਵੀ ਜੈਨ ਮਤ ਅਤੇ ਬੁੱਧ ਮਤ ਦੇ ਜਨਮ ਦਾ ਕਾਰਨ ਬਣੀ। ਅੱਗੇ ਦੇਖੋ, ਨੈਕਸਟ ਕਾਰਨ ਹੈ ਜਾਦੂ ਟੂਣਿਆਂ ਵਿੱਚ ਵਿਸ਼ਵਾਸ। ਦੇਖੋ, 6ਵੀਂ ਸਦੀ ਈਸਵੀ ਪੂਰਵ ਵਿੱਚ ਲੋਕ ਬੜੇ ਅੰਧ ਵਿਸ਼ਵਾਸੀ ਹੋ ਗਏ ਸਨ, ਮਤਲਬ ਕਿ ਲੋਕੀ ਬਹੁਤ ਅੰਧ ਵਿਸ਼ਵਾਸੀ ਹੋ ਗਏ ਸਨ। ਉਹ ਭੂਤ ਪ੍ਰੇਤਾਂ ਜਾਦੂ ਟੋਣਿਆਂ ਵਿੱਚ ਵਿਸ਼ਵਾਸ ਕਰਨ ਲੱਗ ਪਏ ਸਨ। ਉਹਨਾਂ ਦਾ ਵਿਚਾਰ ਸੀ ਕਿ ਜਾਦੂ ਟੋਣਿਆਂ ਦੀ ਸਹਾਇਤਾ ਨਾਲ ਹੀ ਦੁਸ਼ਮਣਾਂ 'ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ, ਰੋਗਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਸੰਤਾਨ ਪ੍ਰਾਪਤ ਕੀਤੀ ਜਾ ਸਕਦੀ ਹੈ। ਮਤਲਬ ਕਿ ਲੋਕ ਜਾਦੂ ਟੋਣਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਸਨ। ਜਾਗਰੂਕ ਬੁੱਧੀ ਵਾਲੇ ਵਿਅਕਤੀ ਸਮਾਜ ਨੂੰ ਅਜਿਹੇ ਅੰਧ ਵਿਸ਼ਵਾਸਾਂ ਤੋਂ ਛੁਟਕਾਰਾ ਦਿਵਾਉਣ ਲਈ ਕਿਸੇ ਨਵੇਂ ਧਰਮ ਦੀ ਰਾਹ ਵੇਖਣ ਲੱਗੇ। ਦੇਖੋ, ਜਿਹੜੇ ਜਾਗਰੂਕ ਬੁੱਧੀ ਵਾਲੇ ਲੋਕ ਸਨ, ਜਿਹੜੇ ਪੜ੍ਹੇ ਲਿਖੇ ਲੋਕ ਸਨ, ਸਮਝਦਾਰ, ਮਤਲਬ ਕਿ ਜਿਹੜੇ ਇਹਨਾਂ ਜਾਦੂ ਟੋਣਿਆਂ 'ਤੇ ਵਿਸ਼ਵਾਸ ਨਹੀਂ ਕਰਦੇ ਸਨ, ਉਹ ਆਪਣੇ ਆਪ ਨੂੰ ਇਹਨਾਂ ਜਾਦੂ ਟੋਣਿਆਂ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਸਨ। ਇਸ ਕਰਕੇ ਉਹ ਹਿੰਦੂ ਧਰਮ ਦੀਆਂ ਇਹਨਾਂ ਬੁਰਾਈਆਂ ਤੋਂ ਬਚਣ ਲਈ ਕਿਸੇ ਨਵੇਂ ਧਰਮ ਦੀ ਰਾਹ ਵੇਖਣ ਲੱਗੇ। ਇਸ ਪ੍ਰਕਾਰ ਜਾਦੂ ਟੋਣੇ ਵੀ ਜੈਨ ਮਤ ਅਤੇ ਬੁੱਧ ਮਤ ਦੀ ਉਤਪਤੀ ਦਾ ਕਾਰਨ ਬਣੇ। ਅੱਗੇ ਨੈਕਸਟ ਕਾਰਨ ਦੇਖੋ ਹੈਗਾ ਮਹਾਂਪੁਰਸ਼ਾਂ ਦਾ ਜਨਮ। ਮਤਲਬ ਕਿ ਜਿਹੜਾ ਮਹਾਂਪੁਰਸ਼ਾਂ ਦਾ ਜਨਮ ਇਹ ਮੇਨ ਕਾਰਨ ਮੰਨਿਆ ਜਾਂਦਾ ਵਾ ਜੈਨ ਮਤ ਅਤੇ ਬੁੱਧ ਮਤ ਦੇ ਉਤਪਤੀ ਦਾ। ਦੇਖੋ, 6ਵੀਂ ਸਦੀ ਈਸਵੀ ਪੂਰਵ ਵਿੱਚ ਅਨੇਕਾਂ ਮਹਾਂਪੁਰਸ਼ਾਂ ਦਾ ਜਨਮ ਹੋਇਆ। ਇਹਨਾਂ ਨੇ ਹਨੇਰੇ ਵਿੱਚ ਭਟਕ ਰਹੀ ਮਨੁੱਖਤਾ ਨੂੰ ਇੱਕ ਨਵਾਂ ਰਾਹ ਦਿਖਾਇਆ। ਮਤਲਬ ਕਿ ਜਿਹੜੀ ਲੋਕੀ ਹਿੰਦੂ ਧਰਮ ਦੇ ਜਿਹੜੇ ਰੀਤੀ ਰਿਵਾਜ਼ਾਂ ਦੁਖੀ ਸੀ, ਇਹਨਾਂ ਨੇ ਉਹਨਾਂ ਨੂੰ ਇੱਕ ਨਵਾਂ ਰਾਹ ਦਿਖਾਇਆ। ਇਹਨਾਂ ਵਿੱਚੋਂ ਮਹਾਂਵੀਰ ਅਤੇ ਬੁੱਧ ਦਾ ਨਾਂ ਵਿਸ਼ੇਸ਼ ਵਰਣਨ ਯੋਗ ਹੈ। ਮਹਾਂਵੀਰ ਅਤੇ ਬੁੱਧ ਦੇਖੋ, ਇਹ ਦੋਨਾਂ ਨੇ ਹਨੇਰੇ ਵਿੱਚ ਭਟਕ ਰਹੀ ਜਿਹੜੀ ਮਨੁੱਖਤਾ ਨੂੰ ਇੱਕ ਨਵਾਂ ਰਾਹ ਦਿਖਾਇਆ। ਇਹਨਾਂ ਦੇ ਸਰਲ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਇਹਨਾਂ ਦੇ ਪੈਰੋਕਾਰ ਬਣ ਗਏ। ਮਤਲਬ ਕਿ ਇਹਨਾਂ ਦੇ ਜਿਹੜੇ ਉਪਦੇਸ਼ ਸੀ ਬੜੇ ਸਰਲ ਸੀ। ਇਹਨਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਇਹਨਾਂ ਦੇ ਪੈਰੋਕਾਰ ਬਣ ਗਏ, ਮਤਲਬ ਕਿ ਇਹਨਾਂ ਦੇ ਸ਼ਿਸ਼ ਬਣ ਗਏ। ਇਹਨਾਂ ਨੇ ਬਾਅਦ ਵਿੱਚ ਜੈਨ ਮਤ ਅਤੇ ਬੁੱਧ ਮਤ ਦਾ ਰੂਪ ਧਾਰਨ ਕਰ ਲਿਆ, ਭਾਵ ਕਿ ਹੌਲੀ ਹੌਲੀ ਇਹ ਜੈਨ ਮਤ ਅਤੇ ਬੁੱਧ ਮਤ ਦੇ ਰੂਪ ਵਿੱਚ ਪਰਿਵਰਤਿਤ ਹੋ ਗਏ। ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਹਿੰਦੂ ਧਰਮ ਵਿੱਚ ਅਤੇ ਸਮਾਜ ਵਿੱਚ ਆਈਆਂ ਇਹਨਾਂ ਬੁਰਾਈਆਂ ਕਰਕੇ ਹੀ ਜੈਨ ਮਤ ਅਤੇ ਬੁੱਧ ਮਤ ਦਾ ਜਨਮ ਹੋਇਆ। ਅਗਲੀ ਵੀਡੀਓ ਵਿੱਚ ਅਸੀਂ ਇਸ ਦੇ ਸ਼ਾਰਟ ਕੁਐਸਚਨ ਆਨਸਰ ਰੀਡ ਕਰਾਂਗੇ।